असलामुअलैकुम। ਅੱਜ ਮੈਂ ਆਪਣੇ ਚੈਨਲ ਮਿੱਚੀ ਟੇਸਟ ਆਫ ਫੂਡ ਤੋਂ ਤੁਹਾਡੇ ਲਈ ਲੈ ਕੇ ਆਈ ਹਾਂ ਗੋਲਾ ਕਬਾਬ ਦੀ ਰੈਸਿਪੀ। ਤੇ ਇਹ ਜਿਹੜੇ ਕਬਾਬ ਆ ਬਣਾਉਣੇ ਬਹੁਤ ਹੀ ਈਜ਼ੀ ਆ, ਲੇਕਿਨ ਇਹਦੇ ਵਿੱਚ ਵੀ ਬਹੁਤ ਸਾਰੀ ਟ੍ਰਿਕ ਲੱਗਦੀਆਂ ਤੇ ਬਹੁਤ ਸਾਰੇ ਸ਼ੈਫ ਜਿਹੜੇ ਐਸੇ ਆ ਉਹ ਦੱਸਦੇ ਹੀ ਨਹੀਂ ਕਿ ਕੰਪਲੀਟ ਵੀਡੀਓ ਜਿਹੜੀ ਇਹਦੀ ਦੱਸਦੇ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਹ ਅਸੀਂ ਬਣਾਈ ਸੀ। ਇਹਨੂੰ ਅਸੀਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜਦੋਂ ਇਹਨੂੰ ਕੋਲਿਆਂ ਤੇ ਕਰਦੇ ਸੇਕ ਲੱਗਦਾ ਤੇ ਸਾਡਾ ਗੋਸ਼ਤ ਜਿਹੜਾ ਨਾ ਉਹ ਟੁੱਟ ਕੇ ਗਿਰਨਾ ਸ਼ੁਰੂ ਹੋ ਜਾਂਦਾ ਆ ਹੀਟ ਦੇ ਨਾਲ। ਤੇ ਅੱਜ ਮੈਂ ਤੁਹਾਨੂੰ ਇਹ ਸਾਰੀ ਵੀਡੀਓ ਸਟੈਪ ਬਾय ਸਟੈਪ ਦੱਸਾਂਗੀ ਕਿ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਪੈਂਦੀਆਂ ਕਿ ਜਿਹਦੀ ਵਜ੍ਹਾ ਤੋਂ ਸਾਡੇ ਕਬਾਬ ਜਿਹੜੇ ਆ ਨਾ ਉਹ ਸੀਖ ਦੇ ਉੱਤੇ ਸਟੇ ਕਰਦੇ ਆ ਔਰ ਇਤਨੇ ਅੱਛੇ ਬਣਦੇ ਆ। ਤੇ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਇਹ ਜਾਣਨ ਲਈ ਕਿ ਇਹਦੇ ਵਿੱਚ ਕਿਹੜੀ ਚੀਜ਼ਾਂ ਐਸੀਆਂ ਪੈਂਦੀਆਂ ਕਿ ਜਿਹਦੀ ਵਜ੍ਹਾ ਤੋਂ ਇਹ ਕਬਾਬ ਸਾਡੇ ਟੁੱਟਣਗੇ ਨਹੀਂ। ਬਿਸਮਿल्लाहिर्रहमानिर्रहीम। सब तो पहले ਅਸੀਂ ਚੀਜ਼ਾਂ ਦੇਖ ਲੈਂਦੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਾਲਾਂਗੇ ਚਰਬੀ ਤੇ ਚਰਬੀ ਦੇ 2 ਪੀਸ ਲੈ ਕੇ ਤੇ ਤੁਸੀਂ ਉਹਨੂੰ ਜਿਹੜਾ ਨਾ चॉप कर लेना है। तो मैं हरिया मिर्चा और पाइया सी, इसलिए ग्रीन कलर आया हुआ ना। जिंजर गार्लिक का पेस्ट आ एक खाने का चम्मच और जिहड़ा ना मीडियम साइज़ का प्याज सी ते उहनूं भी मैं चॉप करके ते पानी उहदा अच्छी तरह निचोड़ लेना प्याज का तुसी। और जिहड़ा ना तुसी 3 पाइया गोश्त लैके मुर्गी का बोनलैस ते उहदा बना लेना कीमा। कीमा करन तो बाद जिहड़े ना असीं इहदे विच प्याज डाल दांगे ते प्याज भी मैं चॉप कर लिया सी करके तुहानूं अच्छी तरह मैं निचोड़ लिया सी। उहदा एक्स्ट्रा पानी सारा जिहड़ा ना तुसीं निकाल लेना आ। और उस तो बाद इहदे विच चॉप कीती हुई चरबी डालनी है। चरबी इसलिए ग्रीन कलर की तुहानूं लग रही है कि इहदे विच जिहड़ा ना मैं इहनूं फ्रीज़ कीता होया सी चरबी नूं। ते उहदे विच जिहड़ा सी हरियां मिर्चां मैं डाल के ते दोनां नूं मैं इकट्ठा ही चॉप कर लिया सी, इसलिए इहदा ग्रीन कलर आ गया। ते जिहड़ियां मेरियां भैणां नवीं आईयां मेरे चैनल ते ओह मेरे चैनल नूं सबसक्राइब भी कर लैण। बैल आइकन दे बटन नूं जिहड़ा ना तुसीं प्रेस कर लेना ताकि मेरी आने वाली नई वीडियोज़ दे नोटिफिकेशन तुहानूं मिलदे रहन। और मेरी वीडियो नूं तुसीं दूसरियां भैणां नाल भी शेयर करना ताकि वो भी इतने ही मज़े दे और टेस्टी ये कबाब जिहड़े ना ओह तैयार करन। तो हुण असीं इहदे विच डालांगे स्पाइसिस। ते मैं इहदे विच जिहड़ा ना हाफ खाने का चम्मच जिहड़ा मैं लाल मिर्च पाउडर डालिया आ और हाफ खाने का चम्मच इहदे विच मैं हल्दी पाउडर डालिया आ। हल्दी ਇਹਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਅਸੀਂ ਜਿਹੜਾ ਨਾ ਇਹਦੇ ਵਿੱਚ ਸ਼ਾਮਲ ਕਰ ਦਾਂਗੇ ਗਰਮ ਮਸਾਲਾ। ਤੇ ਗਰਮ ਮਸਾਲਾ ਤੁਸੀਂ 1 ਖਾਣੇ ਦਾ ਚਮਚ ਗਰਮ ਮਸਾਲਾ ਡਾਲਣਾ ਆ, ਪੀਸਿਆ ਹੋਇਆ ਗਰਮ ਮਸਾਲਾ ਆ। ਤੇ ਘਰ ਪੀਸ ਕੇ ਅਸੀਂ ਸਾਰੀਆਂ ਚੀਜ਼ਾਂ ਡਾਲ ਕੇ ਤੇ ਤਿਆਰ ਕੀਤਾ ਸੀ, ਬਾਜ਼ਾਰੋਂ ਵੀ ਪੀਸਿਆ ਹੋਇਆ ਮਿਲ ਜਾਂਦਾ ਹੈ। ਤੇ ਉਹ ਗਰਮ ਮਸਾਲਾ ਤੁਸੀਂ ਇਹਦੇ ਵਿੱਚ ਸ਼ਾਮਲ ਕਰਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਡਾਲਾਂਗੇ ਨਮਕ ਤੇ ਨਾਲ ਅਸੀਂ ਡਾਲਾਂਗੇ ਅੱਧ ਕੁੱਟੀ ਮਿਰਚ। ਤੇ ਨਮਕ ਜਿਹੜਾ ਆ ਤੁਸੀਂ ਹਸਬੇ ਜ਼ਾਇਕਾ ਇਹਦੇ ਵਿੱਚ ਡਾਲਣਾ। ਤਕਰੀਬਨ ਮੈਂ 1 ਟੀਸਪੂਨ ਇਹਦੇ ਵਿੱਚ ਨਮਕ ਸ਼ਾਮਲ ਕੀਤਾ ਸੀ। ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਡਾਲੂੰਗੀ ਅੱਧ ਕੁੱਟੀ ਮਿਰਚ और ਉਹ ਵੀ ਜਿਹੜਾ ਨਾ ਹਾਫ ਟੀ ਸਪੂਨ ਇਹਦੇ ਵਿੱਚ ਡਾਲੀ ਸੀ ਦਵਾੜ ਮਿਰਚ। ਤੇ ਦਵਾੜ ਮਿਰਚ ਜਿਹੜੀ ਹੈ ਨਾ ਟੇਸਟ ਬਹੁਤ ਹੀ ਅੱਛਾ ਆਉਂਦਾ ਹੈ ਤੇ ਬੜੀ ਮਜ਼ੇ ਦੀ ਲੱਗਦੀ ਹੈ ਖਾਣਾ ਇਹਦੇ ਨਾਲ। ਤੇ ਉਸ ਤੋਂ ਬਾਅਦ ਅਸੀਂ ਡਾਲ ਦਾਂਗੇ, ਤੁਸੀਂ ਸਮਝਦੇ ਹੋਵੋਗੇ ਕਿ ਇਹ ਫਿਰ ਨਮਕ ਡਾਲ ਦਿੱਤਾ, ਲੇਕਿਨ ਇਹ ਨਮਕ ਨਹੀਂ ਹੈਗਾ। ਇਹ ਮੈਂ ਇਹਦੇ ਵਿੱਚ ਡਾਲਿਆ ਸੁਹਾਗਾ। ਤੇ ਸੁਹਾਗਾ ਪੀਸਿਆ ਹੋਇਆ ਜਿਹੜਾ ਨਾ ਬਾਜ਼ਾਰੋਂ ਮਿਲ ਜਾਂਦਾ ਆ ਤੇ ਤੁਸੀਂ ਉਹਦਾ ਪਾਊਡਰ ਲਿਆ ਕੇ ਤੇ 1 ਟੀਸਪੂਨ ਇਹਦੇ ਵਿੱਚ ਸੁਹਾਗਾ ਡਾਲਣਾ ਆ। ਤੇ ਉਸ ਤੋਂ ਬਾਅਦ ਇਹਦੇ ਵਿੱਚ ਸਾਬਤ ਜ਼ੀਰਾ ਜਿਹੜਾ ਨਾ ਮੈਂ 1 ਟੀਸਪੂਨ ਸਾਬਤ ਜ਼ੀਰਾ ਸ਼ਾਮਲ ਕਰ ਦਊਂਗੀ। और ये सुहागा जिहड़ा ना डली दी शक्ल च भी मिलदा, ते इहनूं लिया के घर पीस के ते तुसीं पाउडर बना सकदे आ। ਤੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਕਬਾਬ ਲਗਾਵਾਂਗੇ। ਤੇ ਇਹ ਗੋਸ਼ਤ ਜਿਹੜਾ ਆ ਪਹਿਲੇ ਵੀ ਮੈਂ ਬਹੁਤ ਸਾਰੀ ਦਫਾ ਜਿਹੜੇ ਆ ਨਾ ਕਬਾਬ ਟਰਾਈ ਕੀਤੇ ਸੀ, ਲੇਕਿਨ ਮੇਰੇ ਵੀ ਜਿਹੜੇ ਸੀ ਨਾ ਜਦੋਂ ਮੈਂ ਬਣਾਉਂਦੀ ਸੀ ਤੇ ਹੀਟ ਅਪ ਹੁੰਦੇ ਸੀ ਤੇ ਉਹ ਜਿਹੜੇ ਸਾਰੇ ਅੰਗੀਠੀ ਦੇ ਵਿੱਚ ਡਿੱਗ ਜਾਂਦੇ ਸੀ। ਤੇ ਇਸ ਲਈ ਜੇ ਫਿਰ ਮੈਂ ਸੋਚਿਆ ਕਿ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਦੀ ਤੇ ਕਮੀ ਹੈਗੀ ਆ ਤੇ ਜਿਹੜਾ ਇਹ ਬਣ ਨਹੀਂ ਰਹੇ। ਤੇ ਫਿਰ ਮੈਂ ਆਪਣੇ ਭਾਈ ਮੇਰੇ ਤੁਹਾਨੂੰ ਪਤਾ ਹੀ ਇਤਨਾ ਅੱਛਾ ਬਾਰਬੀਕਿਊ ਲਗਾਉਂਦੇ ਤੇ ਮੈਂ ਉਹਨਾਂ ਨਾਲ ਸ਼ੇਅਰ ਕੀਤਾ ਤੇ ਮੇਰੇ ਭਾਈ ਨੇ ਜਿਹੜੇ ਆ ਨਾ ਉਹ ਲਗਾ ਕੇ ਦਿਖਾਏ। ਜਿਹੜੇ ਨਾ ਇਸੇ ਤਰ੍ਹਾਂ ਮੈਂ ਹਮੇਸ਼ਾ ਲਗਾਉਂਦਾ ਆ। ਤੇ ਇਹਦੇ ਵਿੱਚ ਅਸੀਂ ਥੋੜੀ ਜਿਹੀ ਚਰਬੀ ਐਡ ਕਰੀ ਦੀ ਆ ਤੇ ਉਹਦੀ ਵਜ੍ਹਾ ਤੋਂ ਜਿਹੜੇ ਸਾਡੇ ਕਬਾਬ ਆ ਤੇ ਉਹ ਜਿਹੜੇ ਆ ਨਾ ਹੀਟ ਅਪ ਜਦੋਂ ਹੁੰਦੇ ਆ ਤੇ ਉਹ ਖਿੜਦੇ ਨਹੀਂ ਤੇ ਖਿੜ ਕੇ ਤੇ ਉਹ ਅੱਗ ਦੇ ਵਿੱਚ ਨਹੀਂ ਡਿੱਗਦੇ। ਤੇ ਜਿਹੜੀ ਚਰਬੀ ਆ ਨਾ ਉਹ ਉਹਨੂੰ ਜੋੜੀ ਰੱਖਦੀ ਆ ਤੇ ਇਸ ਵਜ੍ਹਾ ਤੋਂ ਇਹਦੇ ਵਿੱਚ ਚਰਬੀ ਡਾਲਣਾ ਜ਼ਰੂਰੀ ਆ। ਭਾਵੇਂ ਤੁਸੀਂ ਬੜੇ ਗੋਸ਼ਤ ਦੇ ਕਬਾਬ ਬਣਾਵੋ ਬੜੀ ਈਦ ਤੇ ਜਾਂ ਬੱਕਰੇ ਦੇ ਬਣਾਓ ਜਾਂ ਮੁਰਗੀ ਦੇ ਵਿੱਚ ਚਰਬੀ ਜਿਹੜੀ ਆ ਉਹ ਡਾਲਣਾ ਜ਼ਰੂਰੀ ਆ। ਤੇ ਹੁਣ ਮੈਂ ਇਹਨੂੰ ਜਿਹੜਾ ਨਾ ਲਗਾਉਣ ਦਾ ਤਰੀਕਾ ਤੁਸੀਂ ਦੇਖ ਲਓ। ਬਰਫ਼ ਵਾਲਾ ਪਾਣੀ ਲੈਣਾ ਠੰਡਾ ਤੇ ਇੰਜ ਉਹਦੇ ਵਿੱਚ ਹੱਥ ਡਿਪ ਕਰਕੇ ਤੇ ਤੁਸੀਂ ਜਿਹੜਾ ਨਾ ਅਸੀਂ ਥੋੜਾ ਜਿਹਾ ਕੀਮਾ ਲੈ ਕੇ ਤੇ ਇਸ ਤਰੀਕੇ ਦੇ ਨਾਲ ਲਗਾ ਕੇ ਤੇ ਮੈਂ ਵਿੱਚ ਪਿਆਜ਼ ਔਰ ਟਮਾਟਰ ਲਗਾਏ ਸੀ। ਤੁਸੀਂ ਸ਼ਿਮਲਾ ਮਿਰਚ ਵੀ ਲਗਾ ਸਕਦੇ ਆ। ਇਹਦੇ ਵਿੱਚ ਮੈਂ ਮੋਟੇ ਮੋਟੇ ਚੌਰਸ ਜਿਹੜੇ ਨਾ ਸ਼ੇਪ ਦੇ ਵਿੱਚ ਜ਼ਰਾ ਪਿਆਜ਼ ਬੜਾ ਲੈ ਲਿਆ ਸੀ
ਤੇ ਲੈ ਕੇ ਤੇ ਉਹਦੇ ਵਿੱਚੋਂ ਮੈਂ ਇਸ ਤਰ੍ਹਾਂ ਸ਼ੇਪ ਦੇ ਵਿੱਚੋਂ ਕੱਢ ਲਏ ਸੀ। ਕੱਢ ਕੇ ਤੇ ਮੈਂ ਜਿਹੜੇ ਨੇ ਇਹਦੇ ਵਿੱਚ ਲਗਾਏ ਆ। ਤੇ ਤੁਸੀਂ ਸ਼ਿਮਲਾ ਮਿਰਚ ਵੀ ਲਗਾ ਸਕਦੇ ਆ ਇਹਦੇ ਵਿੱਚ ਕੱਟ ਕੇ। ਜਿਹੜੀ ਚਰਬੀ ਮੈਂ ਇਹਦੇ ਵਿੱਚ ਚੌਪ ਕਰਕੇ ਡਾਲੀ ਆ ਤੇ ਉਹਦਾ ਮਕਸਦ ਇਹੀ ਆ ਕਿ ਉਸ ਚਰਬੀ ਦੇ ਨਾਲ ਜਿਹੜਾ ਨਾ ਇਹ ਕਬਾਬ ਸਾਡੇ ਹੀਟ ਅਪ ਹੋ ਕੇ ਟੁੱਟਣਗੇ ਨਹੀਂ, ਕਿਉਂਕਿ ਅਗਰ ਅਸੀਂ ਗੋਸ਼ਤ ਦੇ ਵਿੱਚ ਚਰਬੀ ਨਹੀਂ ਡਾਲਦੇ ਤੇ ਵੈਸੇ ਹੀ ਗੋਸ਼ਤ ਤੇ ਅਸੀਂ ਇਹਦੇ ਕਬਾਬ ਲਗਾਉਂਦੇ ਆ ਤੇ ਜੋ ਹੀ ਉਹਨੂੰ ਸੇਕ ਪੈਂਦਾ ਹੈ ਤੇ ਗੋਸ਼ਤ ਸਾਡਾ ਜਿਹੜਾ ਹੁੰਦਾ ਨਾ, ਤੁਹਾਨੂੰ ਪਤਾ ਹੀ ਹੈ ਜਿਹੜਾ ਫਰੈਸ਼ ਗੋਸ਼ਤ ਹੁੰਦਾ ਆ ਤੇ ਸੇਕ ਲੱਗਦਾ, ਹੀਟ ਆਉਂਦੀ ਹੈ ਤੇ ਉਹ ਸੁੱਕੜਦਾ ਆ। ਤੇ ਇਸ ਲਈ ਜੋ ਹੀ ਗੋਸ਼ਤ ਸੁੱਕੜਦਾ ਤੇ ਉਹਦੇ ਜ਼ਰੇ ਇਕੱਲੇ ਹੋ ਜਾਂਦੇ ਤੇ ਸਾਡੇ ਕਬਾਬ ਜਿਹੜੇ ਟੁੱਟ ਕੇ ਨਾ ਉਹ ਅੰਗੀਠੀ ਦੇ ਵਿੱਚ ਹੀ ਘਿਰਨ ਲੱਗ ਜਾਂਦੇ ਆ। ਇਸ ਤਰੀਕੇ ਦੇ ਨਾਲ ਮੈਂ ਲਾ ਕੇ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਤੇ ਮੈਂ ਸਾਰੇ ਸੈੱਟ ਕਰਕੇ ਜਿਹੜੇ ਰੱਖ ਲਏ ਆ ਤੇ ਬਾਹਰ ਅੱਗ ਜਲਾ ਕੇ ਅੰਗੀਠੀ ਦੇ ਵਿੱਚ ਤੇ ਉਹਦੇ ਉੱਪਰ ਇਹ ਜਿਹੜੇ ਨਾ ਮੈਂ ਕਬਾਬ ਰੱਖ ਦਊਂਗੀ। ਤੇ ਮੈਂ ਜੋ ਹੀ ਇਹ ਕਬਾਬ ਸਾਡੇ ਜਿਹੜੇ ਨਾ, ਜਿਸ ਤਰ੍ਹਾਂ ਮੈਂ ਬਾਰਬੀਕਿਊ ਦਾ ਪਹਿਲੇ ਵੀ ਤੁਹਾਨੂੰ ਦੱਸਿਆ ਹੋਇਆ ਕਿ ਜਦੋਂ ਪੱਕ ਜੇ ਤਿਆਰ ਹੋ ਜੇ ਤੇ ਫਿਰ ਉਹਦੇ ਉੱਤੇ ਆਇਲ ਲਗਾਉਣਾ ਆ। ਤੇ ਐਸੀ ਤਰ੍ਹਾਂ ਜਿਹੜਾ ਨਾ ਅਸੀਂ ਇਹਨੂੰ ਵੀ ਪਕਾ ਲਾਂਗੇ ਸਾਰੀ ਸਾਈਡ ਤੋਂ। ਤੇ ਜਦੋਂ ਸਾਡੇ ਇਹ ਕਬਾਬ ਪੱਕ ਕੇ ਤਿਆਰ ਹੋ ਜਾਣਗੇ ਤੇ ਫਿਰ ਇਹਨਾਂ ਦੇ ਉੱਤੇ ਆਇਲ ਲਗਾ ਕੇ ਤੇ ਤੁਸੀਂ ਇਹਨੂੰ ਉਤਾਰ ਲੈਣ। ਤੇ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ ਆ ਕਿ ਦੇਖੋ ਤੁਸੀਂ ਕਿਤਨੇ ਅੱਛੇ ਲੱਗ ਰਹੇ। ਤੇ ਕੋਈ ਕਬਾਬ ਜਿਹੜਾ ਨਾ ਸਾਡਾ ਟੁੱਟਾ ਨਹੀਂ ਹੈਗਾ। ਤੇ ਇਹ ਕਬਾਬ ਇਸੇ ਵਜ੍ਹਾ ਤੋਂ ਨਹੀਂ ਟੁੱਟੇ ਕਿ ਕਿਉਂਕਿ ਇਹਦੇ ਵਿੱਚ ਅਸੀਂ ਡਾਲਿਆ ਹੋਇਆ ਸੀ ਚਰਬੀ, ਤੇ ਚਰਬੀ ਜਿਹੜੀ ਹੈ ਨਾ ਇਹਨੂੰ ਜੋੜ ਕੇ ਰੱਖਦੀ ਹੈ ਕਬਾਬਾਂ ਨੂੰ ਔਰ ਇਹਨੂੰ ਟੁੱਟਣ ਨਹੀਂ ਦਿੰਦੀ। ਤੇ ਦੇਖੋ ਤੁਸੀਂ ਕਿੰਨੇ ਅੱਛੇ ਮਾਸ਼ਾਅੱਲਾ ਲੱਗ ਰਹੇ ਆ। ਤੇ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਫੀਡਬੈਕ ਦਿਓ ਕਮੈਂਟ ਬਾਕਸ ਦੇ ਵਿੱਚ, ਮੇਰੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਬਣਾਏ ਔਰ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਬਣੇ ਆ। ਤੇ ਜਿਹੜਾ ਨਾ ਤੁਸੀਂ ਮੈਨੂੰ ਤਾਂ ਹੁਣ ਇਜਾਜ਼ਤ, ਤੇ ਮੈਂ ਫਿਰ ਆਪਣੀ ਨੈਕਸਟ ਵੀਡੀਓ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਜਲਦ ਹੀ ਹਾਜ਼ਰ ਹੋਵਾਂਗੀ। ਤੇ ਦੁਆਵਾਂ ਦੇ ਵਿੱਚ ਤੁਸੀਂ ਮੈਨੂੰ ਯਾਦ ਰੱਖਿਓ। ਮੇਰੇ ਲਈ ਹੁਣ ਅੱਲਾ ਹਾਫਿਜ਼।